ਦੋਸਤੋ ਅੱਜ ਸਾਡੇ ਵਿਚਕਾਰ ਅੰਮ੍ਰਿਤਸਰ ਦੀ ਮਾਇਨਾਜ਼ ਹਸਤੀ ਧਰਮਿੰਦਰ ਸਿੰਘ ਔਲਖ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ। ਧਰਮਿੰਦਰ ਔਲਖ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਤੁਹਾਡਾ ਵੀ ਸ਼ੁਕਰੀਆ। ਮੈਂ ਅੱਜ ਇਹਨਾਂ ਦਾ ਇੰਟਰਵਿਊ ਲੈਣ ਦਾ ਤਾਂ ਸੋਚਿਆ ਕਿ ਇੱਕ ਵਾਹ ਸ਼ਖਸੀਅਤ ਹੈ ਕਿ ਜਦੋਂ ਆਪਾਂ ਕਹਿ ਦਿੰਦੇ ਕਿ ਹਰ ਫਨ ਮੌਲਾ ਬੰਦਾ ਹੈ। ਜੇ ਆਪਾਂ ਕਵਿਤਾ ਦੇ ਖੇਤਰ ਵਿੱਚ ਜਾਈਏ, ਅੱਛੀ ਕਵਿਤਾ ਲਿਖਦੇ ਨੇ। ਜੇ ਵਾਰਤਕ ਦੀ ਗੱਲ ਕਰੀਏ, ਅੱਛੀ ਵਾਰਤਕ ਲਿਖਦੇ ਨੇ। ਜੇ ਕਹਾਣੀ ਦੀ ਗੱਲ ਕਰੀਏ ਤਾਂ ਅੱਛੀ ਕਹਾਣੀ ਲਿਖਦੇ ਨੇ। ਔਰ ਹਰ ਫਨ ਮੌਲਾ ਮੈਂ ਕਹਿੰਦਾ ਇਸ ਮਾਮਲੇ 'ਚ ਹੈਗੇ ਨੇ। ਔਰ ਦੂਸਰੀ ਗੱਲ ਇਹ ਹੈ ਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਕਵੀ ਦਰਬਾਰ ਹੁੰਦੇ ਨੇ, ਲੋਕ ਕਵਿਤਾ ਪੜ੍ਹ ਕੇ ਆ ਜਾਂਦੇ ਨੇ, ਵਾਹ ਵਾਹ, ਤਾੜੀਆਂ, ਪੈਸੇ, ਖਰਚਾ ਸਭ ਹੁੰਦਾ। ਲੇਕਿਨ ਧਰਮਿੰਦਰ ਔਲਖ ਜੀ ਨੇ ਇੱਕ ਉਹ ਉਪਰਾਲਾ ਕੀਤਾ ਕਿ ਜਿਹੜਾ ਸ਼ਾਇਦ ਬਹੁਤ ਘੱਟ ਲੋਕਾਂ ਨੇ ਕੀਤਾ ਹੋਊਗਾ। ਧਰਮਿੰਦਰ ਔਲਖ ਜੀ ਨੇ ਇੱਕ ਉਪਰਾਲਾ ਕੀਤਾ ਕਿ ਕਿਉਂ ਨਾ ਇੱਕ ਇਹੋ ਜਿਹਾ ਪਲੇਟਫਾਰਮ ਬਣਾਇਆ ਜਾਵੇ ਕਿ ਜਿਹਦੇ ਵਿੱਚ ਹਰ ਤਰ੍ਹਾਂ ਦੀ ਵਿਧਾ ਵਾਲਾ ਬੰਦਾ ਹੋਵੇ। ਬੇਸ਼ੱਕ ਉਹ ਕਵਿਤਾ ਲਿਖਦਾ ਹੋਵੇ, ਕਹਾਣੀ ਲਿਖਦਾ ਹੋਵੇ, ਵਾਰਤਕ ਲਿਖਦਾ ਹੋਵੇ, ਉਹਨਾਂ ਨੂੰ ਸ਼ਾਮਲ ਕੀਤਾ ਜਾਵੇ। ਤੋ ਇਹਨਾਂ ਨੇ ਚੁਗਾਵਾਂ ਦੇ ਵਿੱਚ ਉਹ ਚੀਜ਼ ਸ਼ੁਰੂ ਕੀਤੀ। ਉਹਦੇ ਵਿੱਚ ਹਰ ਤਰ੍ਹਾਂ ਦੀ ਵਿਧਾ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਔਰ ਬਿਨਾਂ ਕਿਸੇ ਇਸ ਗੱਲ ਦੇ ਕਿੰਤੂ ਪਰੰਤੂ ਦੇ ਕਿ ਤੂੰ ਅੱਛਾ ਨਹੀਂ ਲਿਖਦਾ, ਤੂੰ ਮਾੜਾ ਲਿਖਦਾ, ਐਪਰੀਸ਼ੀਏਟ ਕੀਤਾ। ਇਸ ਕਰਕੇ ਐਪਰੀਸ਼ੀਏਟ ਕੀਤਾ ਕਿ ਜੇ ਅੱਜ ਇਹ ਅੱਛਾ ਨਹੀਂ ਬੋਲ ਰਿਹਾ ਜਾਂ ਨਹੀਂ ਲਿਖ ਰਿਹਾ ਤਾਂ ਜਿਹੜੇ ਅੱਛੇ ਕਵੀ ਆਏ ਹੋਏ ਆ ਉਹਨਾਂ ਨੂੰ ਸੁਣ ਕੇ ਉਹ ਵਧੀਆ ਲਿਖਣ ਲੱਗ ਪਏਗਾ। ਔਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਉਹਨਾਂ ਵਿੱਚੋਂ ਹੀ ਅੱਛੇ ਕਵੀ ਨਿਕਲੇ, ਅੱਛੇ ਵਾਰਤਕਕਾਰ ਨਿਕਲੇ। ਤੋ ਮੈਂ ਪਹਿਲੇ ਔਲਖ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜਿਹੜਾ ਤੁਹਾਡਾ ਇਹ ਜ਼ਿੰਦਗੀ ਦਾ ਸਾਹਿਤਕ ਸਫ਼ਰ ਹੈ, ਇਹ ਕਿਸ ਤਰ੍ਹਾਂ ਹੋਇਆ? ਇਹ ਇੰਝ ਆ ਜੀ, ਮੈਂ 6 ਭੈਣ ਭਰਾਵਾਂ ਵਿੱਚ ਸਭ ਤੋਂ ਵੱਡਾ ਸਾਂ ਤੇ ਮੇਰੇ ਮਾਤਾ ਪਿਤਾ ਭਾਵੇਂ ਬਹੁਤਾ ਨਹੀਂ ਸੀ ਪੜ੍ਹੇ, ਪਰ ਉਹਨਾਂ ਨੂੰ ਫਿਲਮਾਂ ਵੇਖਣ ਦਾ ਤੇ ਸਾਹਿਤਕ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀ। ਜਦੋਂ ਮੈਂ ਬਹੁਤ ਛੋਟਾ ਸਾਂ ਤੇ ਉਦੋਂ ਸਾਡੇ ਘਰ ਦੇ ਵਿੱਚ ਜਸਵੰਤ ਸਿੰਘ ਕੰਵਲ ਦੇ ਨਾਵਲ ਤੇ ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ਸੀ ਮੇਰਾ ਪਿੰਡ, ਉਹ ਮੈਂ 10ਵੀਂ ਤੋਂ ਪਹਿਲਾਂ ਪੜ੍ਹ ਲਈਆਂ ਸੀ। ਤੇ ਫਿਲਮਾਂ ਦਾ ਸ਼ੌਂਕ ਤੋਂ ਜੇ ਗੱਲ ਕਰੀਏ ਤੇ ਮੇਰਾ ਨਾਂ ਉਹਨਾਂ ਨੇ ਉਸ ਸਮੇਂ ਦੇ ਹੀਰੋ ਧਰਮਿੰਦਰ ਦੇ ਨਾਂ 'ਤੇ ਰੱਖ ਲਿਆ। ਵਾਹ ਵਾਹ। ਮੇਰੇ ਤੋਂ ਜਿਹੜਾ ਛੋਟਾ ਭਰਾ ਉਹਦਾ ਨਾਂ ਜਤਿੰਦਰ ਰੱਖਿਆ ਤੇ ਤੀਸਰੇ ਦਾ ਨਾਂ ਰਜਿੰਦਰ ਰੱਖਿਆ। ਸਾਡੇ ਤਿੰਨਾਂ ਭਰਾਵਾਂ ਦੇ ਜਿਹੜੇ ਨਾਮ ਆ ਉਹ ਫਿਲਮ ਐਕਟਰਾਂ ਦੇ, ਉਹ ਜਦੋਂ ਜਨਮ ਹੋਇਆ ਉਸ ਸਮੇਂ ਦੇ ਜਿਹੜੇ ਪ੍ਰਫੁੱਲਤ ਜਾਂ ਚਰਚਿਤ ਹੀਰੋ ਸੀ ਉਹਨਾਂ ਦੇ ਨਾਵਾਂ 'ਤੇ ਹੋਇਆ। ਤੇ ਉਦੋਂ ਹੀ ਸਾਹਿਤ ਪੜ੍ਹਨ ਦਾ ਜਿਹੜਾ ਮੈਨੂੰ ਸ਼ੌਂਕ ਪੈ ਗਿਆ ਤੇ ਨਾਲ ਸ਼ੌਂਕ ਇੰਨਾ ਜ਼ਿਆਦਾ ਕਿ ਜੇ ਮੈਨੂੰ ਅਖਬਾਰ ਦਾ ਟੁਕੜਾ ਵੀ ਕੋਈ ਲੱਭ ਜਾਣਾ ਨਾ ਤੇ ਮੈਂ ਉਹ ਵੀ ਪੜ੍ਹ ਕੇ ਸਾਰਾ ਰੱਖਣਾ। ਇਸ ਦੇ ਨਾਲ ਜਿਵੇਂ ਮੇਰੀਆਂ ਸਕੂਲ ਦੀਆਂ ਕਿਤਾਬਾਂ ਸੀ, ਉਹਨਾਂ ਵਿੱਚ ਜਿਹੜੀਆਂ ਮੈਨੂੰ ਚੰਗਾ ਲੱਗਦਾ ਸੀ ਕਵਿਤਾ, ਕਹਾਣੀ ਜਾਂ ਕੋਈ ਨਾਵਲ ਦੀ, ਉਹ ਮੈਂ ਸਾਰੀ ਕਿਤਾਬ ਪੜ੍ਹ ਕੇ ਤੇ ਫੇਰ ਖਹਿੜਾ ਛੱਡਦਾ ਸਾਂ। ਇਸ ਤਰ੍ਹਾਂ ਮੇਰਾ ਜਿਹੜੇ ਅੰਦਰ ਹੈ ਉਹ ਸ਼ੌਂਕ ਪੈਦਾ ਹੁੰਦਾ ਗਿਆ। ਜਿਹੜੀ ਤੁਸੀਂ ਇਹ ਸੰਸਥਾ ਬਣਾਈ, ਉਹ ਤੁਹਾਡੇ ਮਨ ਵਿੱਚ ਕਿੱਦਾਂ ਦਾ ਖਿਆਲ ਆਇਆ ਕਿ ਇੱਕ ਤਾਂ ਚਲੋ ਤੁਸੀਂ ਜਦੋਂ ਅੱਛਾ ਪੜ੍ਹਨ ਲੱਗ ਪਏ, ਅੱਛਾ ਲਿਖਣ ਲੱਗ ਪਏ, ਇਹ ਤੁਹਾਡੇ ਮਨ 'ਚ ਇਹ ਖਿਆਲ ਕਿੱਦਾਂ ਆਇਆ ਵੀ ਕੁਛ ਇੱਦਾਂ ਦਾ ਪਲੇਟਫਾਰਮ ਉਹੋ ਜਿਹੇ ਕਵੀਆਂ ਨੂੰ ਦਿੱਤਾ ਜਾਵੇ ਕਿ ਜਿਹੜੇ ਨੇ ਜਿਨ੍ਹਾਂ ਨੂੰ ਇਗਨੋਰ ਕੀਤਾ ਜਾਂਦਾ ਹੈ ਜਾਂ ਕਿਹਾ ਜਾਂਦਾ ਕਿ ਤੂੰ ਨਹੀਂ ਲਿਖ ਸਕਦਾ, ਤੇਰੇ ਅੰਦਰ ਕਵੀਆਂ ਲਈ ਕੋਈ ਗੱਲ ਨਹੀਂ ਹੈਗੀ, ਜਾਂ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਂਦਾ ਰਿਹਾ। ਜਦੋਂ ਕਿ ਕੋਈ ਵੀ ਜਮਾਂਦਰੂ ਕਵੀ ਇੰਨਾ ਵਧੀਆ ਨਹੀਂ ਲਿਖ ਸਕਦਾ, ਉਹ ਹੌਲੀ ਹੌਲੀ ਤਰੱਕੀ ਕਰਦਾ। ਜਿਵੇਂ ਮੈਂ ਇਹ ਕਹਿ ਸਕਦਾ ਹਾਂ ਕਿ ਕੋਈ ਵੀ ਬਹੁਤ ਵੱਡਾ ਕਵੀ ਹਮੇਸ਼ਾ ਹੀ ਵਧੀਆ ਕਵਿਤਾ ਨਹੀਂ ਲਿਖਦਾ, ਜਾਂ ਇਹ ਕਹਿ ਸਕਦਾ ਹਾਂ ਵੀ ਕੋਈ ਵੀ ਛੋਟਾ ਕਵੀ ਕਿਸੇ ਲਈ ਬਹੁਤ ਵਧੀਆ ਕਵਿਤਾ ਲਿਖ ਦਿੰਦਾ।
ਤੇ ਕੀ ਇਹ ਸੋਚ ਕੇ ਤੁਸੀਂ ਕੀਤਾ ਉਪਰਾਲਾ ਕਿ ਜਿਹੜੇ ਇਸ ਤਰ੍ਹਾਂ ਦੇ ਰਾਈਟਰ ਨੇ, ਕਹਾਣੀਕਾਰ ਨੇ, ਕਵੀ ਨੇ, ਉਹਨਾਂ ਨੂੰ ਅੱਗੇ ਲਿਆਂਦਾ ਜਾਵੇ, ਇੱਦਾਂ ਦਾ ਪਲੇਟਫਾਰਮ ਬਣਾਇਆ ਜਾਵੇ ਕਿ ਉਹਨਾਂ ਦੇ ਵਿੱਚੋਂ ਇਹ ਨਿਕਲਣ ਤੇ ਇੱਕ ਸੰਸਥਾ ਬਣੀ ਬਣੇ? ਤੁਸੀਂ ਉਹਨਾਂ ਵਿੱਚ ਕਿੰਨਾ ਕੁਝ ਕੀਤਾ ਉਹਦਾ, ਤੁਸੀਂ ਹਰ ਸਾਲ ਬਾਅਦ ਇਨਾਮ ਸਮਾਰੋਹ ਵੀ ਕਰਦੇ ਹੋ, ਆਪਣਾ ਪ੍ਰੋਗਰਾਮ ਵੀ ਕਰਦੇ ਹੋ, ਉਹਨਾਂ ਨੂੰ ਇਨਕਰੇਜ ਵੀ ਕਰਦੇ ਹੋ। ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਜੋ ਸੋਚਿਆ ਸੀ ਤੁਹਾਡਾ, ਉਲੀਕਿਆ ਤੁਸੀਂ ਇੱਕ ਹਿਸਾਬ ਦਾ ਉਲੀਕਿਆ ਹੋਏਗਾ, ਇੱਕ ਯਕਦਮ ਇੱਕ ਚੀਜ਼ ਨਹੀਂ ਬਣ ਜਾਂਦੀ, ਉਹਨੂੰ ਲਿਖਣ ਵਾਸਤੇ ਵੀ ਤੁਹਾਨੂੰ ਸਮਾਂ ਲੱਗਾ ਹੋਏਗਾ। ਉਹ ਤੁਸੀਂ ਜਿਹੜਾ ਪ੍ਰੋਗਰਾਮ ਉਲੀਕਿਆ ਉਹਦੇ ਵਾਸਤੇ ਤੁਹਾਨੂੰ ਕਿਸੇ ਕੋਲੋਂ ਗਾਈਡਲਾਈਨ ਲੈਣ ਦੀ ਲੋੜ ਪੈ ਗਈ ਕਿ ਤੁਹਾਨੂੰ ਤੁਹਾਡੇ ਮਨ ਦੇ ਅੰਦਰ ਹੀ ਆ ਗਿਆ ਵੀ ਇਹ ਕੰਮ ਹੋਣਾ ਚਾਹੀਦਾ? ਮੀਤ ਜੀ ਉਹ ਐਵੇਂ ਸੀ ਵੀ ਜਦੋਂ ਮੈਂ ਦੱਸਦਾ ਨਾ ਵੀ ਪੜ੍ਹਨ ਦਾ ਸ਼ੌਂਕ ਸੀ, ਤੇ ਪੜ੍ਹਨ ਦਾ ਸ਼ੌਂਕ ਸੀ ਉਦੋਂ 10ਵੀਂ ਤੋਂ ਪਹਿਲਾਂ ਮੈਂ ਸੰਪਾਦਕ ਦੇ ਨਾਂ ਅਖਬਾਰ ਪੜ੍ਹ ਕੇ ਅਜੀਤ ਸੰਪਾਦਕ ਦੇ ਨਾਂ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਮੇਰਾ ਇੱਕ ਹੋਰ ਸਾਥੀ ਸੀ, ਮੇਰੇ ਤੋਂ ਸੀਨੀਅਰ ਸੀ, ਮੇਰੇ ਤੋਂ ਵੱਡਾ ਸੀ 4-5 ਸਾਲ, ਇੰਦਰਜੀਤ ਪੁਰੇਵਾਲ। ਅੱਜ ਕੱਲ੍ਹ ਉਹ ਅਮਰੀਕਾ ਦੇ ਵਿੱਚ ਆ, ਜਿਹੜੇ ਰਾਗ ਦੇ ਮੁੱਖ ਸੰਪਾਦਕ ਦੇ ਤੌਰ ਤੇ ਜਾਣੇ ਜਾਂਦੇ ਨੇ। ਉਹ ਮੇਰੇ ਤੋਂ ਅੱਗੇ ਹੁੰਦਾ ਸੀ ਪੜ੍ਹਨ ਦੇ ਵਿੱਚ, ਤੇ ਉਸ ਦੌਰ ਦੇ ਵਿੱਚ ਉਹ ਸਮਰਾਟ ਮੈਗਜ਼ੀਨ ਤੇ ਹਾਣੀ ਮੈਗਜ਼ੀਨ 'ਚ ਛਪਦਾ ਹੁੰਦਾ ਸੀ। ਹਾਂ, ਬੜੀ ਪੁਰਾਣੀ ਗੱਲ। ਤੇ ਮੈਨੂੰ ਵੀ ਉਹਨੇ ਕਿਹਾ ਵੀ ਆਹ ਲੈ ਮੈਗਜ਼ੀਨ ਹੈਗੇ, ਤੈਨੂੰ ਜੇ ਲਿਖਣ ਦਾ ਸ਼ੌਂਕ ਆ ਤੇ ਇਹਦੇ 'ਚ ਆਪਣੀਆਂ ਕਵਿਤਾ ਕਹਾਣੀਆਂ ਲਿਖ ਦਿਆ ਕਰ। ਮੈਂ ਲਿਖਣਾ ਸ਼ੁਰੂ ਕਰਤਾ। ਮੇਰਾ ਬਕਾਇਦਾ ਉਹਦੇ ਵਿੱਚ ਸ਼ਬਦ ਆ ਰਿਹਾ। ਸਮਰਾਟ 'ਚ ਲਗਾਤਾਰ ਹਰ ਹਫ਼ਤੇ ਕੁਛ ਨਾ ਕੁਛ ਹੁੰਦਾ ਸੀ। ਇਸੇ ਤਰ੍ਹਾਂ ਦੂਸਰੇ ਪਾਸੇ ਸੰਪਾਦਕ ਦੇ ਨਾਂ, ਔਰ ਫਿਰ ਬਾਲ ਸੰਸਾਰ ਅਜੀਤ ਦਾ, ਉਹਦੇ ਵਿੱਚ ਛੋਟੇ ਛੋਟੇ ਚੁਟਕਲੇ ਇਧਰੋਂ ਉਧਰੋਂ ਫੜ ਫੁੜ ਕੇ ਤੇ ਮੇਰੇ ਉਹ ਛਪ ਜਾਣੇ। ਬੜੀ ਖੁਸ਼ੀ ਹੋਣੀ ਮਨ ਨੂੰ। ਇਸੇ ਤਰ੍ਹਾਂ ਜਦੋਂ ਫਿਰ +1 ਦੇ ਵਿੱਚ ਘੁਵਾਲੀ ਸਕੂਲ ਦੇ ਉੱਤੋਂ ਲੋਪੋਗੇ ਸਕੂਲ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਦਾਖਲ ਹੋਏ, ਉੱਥੇ ਮੇਰਾ ਸਾਥ ਬਣ ਗਿਆ ਸਰਤਾਜ ਸਿੰਘ ਧੌਲ, ਅੱਜ ਕੱਲ੍ਹ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਪੱਤਰਕਾਰ ਹੈ ਅਜੀਤ ਅਖਬਾਰ ਦਾ। ਉਹ ਵੀ ਉਸੇ ਕਲਾਸ 'ਚ ਆ ਕੇ ਦਾਖਲ ਹੋ ਗਿਆ ਮੇਰੇ ਨਾਲ। ਉਹਦੇ ਪਿਤਾ ਜੀ ਜਿਹੜੇ ਉਹ ਕਵੀ ਸੋਹਣ ਸਿੰਘ ਧੌਲ ਸਨ। ਹੁਣ ਉਹਨਾਂ ਦੀ ਕਾਫੀ ਦੇਰ ਪਹਿਲਾਂ ਡੈਥ ਹੋ ਚੁੱਕੀ ਆ। ਉਹਨਾਂ ਨੇ 5 ਕਿਤਾਬਾਂ ਲਿਖੀਆਂ ਸੀ ਕਵਿਤਾ ਦੀਆਂ, ਤੇ ਸਟੇਜੀ ਕਵੀ ਸੀ। ਬਿਲਕੁਲ ਐ ਸਿੱਧ ਪੱਧਰੇ ਪੇਂਡੂ ਜੱਟ ਹਲ ਵਾਹੁਣ ਵਾਲੇ, ਜਿਹੜੇ ਚਿੱਟੇ ਕੁੜਤੇ ਚਾਦਰ 'ਚ ਚਿੱਟੀ ਪੱਗ 'ਚ ਹੁੰਦੇ ਸੀ। ਤੇ ਉਹਨਾਂ ਨਾਲ ਵੀ ਮੇਰਾ ਤਾਲਮੇਲ ਕਰਵਾ ਦਿੱਤਾ। ਮੈਂ ਉਹਨਾਂ ਨੂੰ ਪੱਗ ਦੇ ਕੇ ਤੇ ਉਸ ਸਮੇਂ ਗੁਰੂ ਵੀ ਧਾਰ ਲਿਆ। +1 ਦੇ ਵਿੱਚ ਪੜ੍ਹਦੇ ਹਾਂ। ਮੇਰੀ ਤੇ ਸਰਤਾਜ ਧੌਲ ਦੀ ਯਾਰੀ ਵੀ ਬਣ ਗਈ। ਉਸ ਸਮੇਂ ਇਹ 1999-90 ਦੀ ਗੱਲ ਆ। ਉਹਦੇ ਜਦੋਂ ਲੋਪੋਗੇ ਅਸੀਂ ਦਾਖਲ ਹੋਏ ਤੇ ਉੱਥੇ ਸਾਨੂੰ ਪਤਾ ਲੱਗਾ ਵੀ ਇਸ ਇਲਾਕੇ ਦੇ ਵਿੱਚ ਜਿਹੜਾ ਪ੍ਰੀਤ ਨਗਰ ਪਿੰਡ ਆ, ਉੱਥੇ ਦੇ ਸਰਦਾਰ ਗੁਰਬਖਸ਼ ਸਿੰਘ ਨਾਨਕ ਸਿੰਘ ਜਿਹੜੇ ਉਹ ਹੋਏ ਨੇ, ਉਹਨਾਂ ਨੇ ਪਿੰਡ ਵਸਾਇਆ। ਤੇ ਇੱਥੇ ਮੁਖਤਾਰ ਗਿੱਲ ਰਹਿੰਦੇ ਨੇ। ਮੁਖਤਾਰ ਗਿੱਲ ਉਦੋਂ ਪੰਜਾਬੀ ਟ੍ਰਿਬਿਊਨ ਦੇ ਤੇ ਅਜੀਤ ਦੇ ਪੱਤਰਕਾਰ ਹੁੰਦੇ ਸੀ। ਫਿਰ ਅਸੀਂ +2 ਕਰਨ ਤੋਂ ਪਹਿਲਾਂ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ। ਉਹਨਾਂ ਨੂੰ ਅਸੀਂ ਜਾ ਕੇ ਪ੍ਰੀਨਗਰ ਦੇ ਵਿੱਚ ਮਿਲੇ, ਮੈਂ ਤੇ ਇੰਦਰਜੀਤ ਪੁਰੇਵਾਲ, ਸਰਤਾਜ ਧੌਲ। ਸਾਡੀਆਂ ਮੁਲਾਕਾਤਾਂ ਵੀ ਹੁੰਦੀਆਂ ਰਹੀਆਂ। ਉਸ ਸਮੇਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਸਭਾਵਾਂ ਚੱਲਦੀਆਂ ਸੀ, ਤੇ ਸਭ ਤੋਂ ਜਿਹੜੀ ਚਰਚਿਤ ਸਭਾ ਸੀ ਉਹ ਸਰਹੱਦੀ ਸਹਿ ਸਭਾ ਅੰਮ੍ਰਿਤਸਰ ਸੀ। ਉਸ ਸਮੇਂ ਉਹਦੇ ਪ੍ਰਧਾਨ ਜਿਹੜੇ ਮੁਖਤਾਰ ਗਿੱਲ ਹੁੰਦੇ ਸੀ, ਅਜੀਤ ਸਿੰਘ ਆਸ, ਖੁਸ਼ਵੰਤ ਕੰਵਲ, ਹੋਰ ਬਹੁਤ ਸਾਰੇ ਨਾਂ ਉਹ ਸਭਾ ਦੇ ਵਿੱਚ ਆਉਂਦੇ ਸੀ। ਤੇ ਉਹ ਸਭਾ ਦੇ ਵਿੱਚ ਜਾਣ ਕਰਕੇ ਹੀ ਸਾਡੇ ਮਨ ਦੇ ਵਿੱਚ ਵੀ ਇੱਛਾ ਪੈਦਾ ਹੋਈ ਵੀ ਕਿਉਂ ਨਾ ਸਾਡੀ ਹੁਣ ਅਗਵਾਈ ਕਰਨ ਵਾਲੇ ਮੁਖਤਾਰ ਗਿੱਲ ਇਸ ਇਲਾਕੇ 'ਚ ਹੈਗੇ ਨੇ, ਤੇ ਕੁਝ ਹੋਰ ਵੀ ਮਿੱਤਰ ਸਾਡੇ ਨਾਲ ਜਿਹੜੇ ਆ ਰਲ ਗਏ ਆ, ਗਰੁੱਪ ਜਿਹਾ ਬਣ ਗਿਆ, ਤੇ ਆਪਣੀ ਸਹਿ ਸਭਾ ਚਗਾਵਾਂ ਦੇ ਵਿੱਚ ਬਣਾਈ ਜਾਵੇ। ਤੇ 1990 ਦੇ ਵਿੱਚ ਮੁਖਤਾਰ ਗਿੱਲ ਹੋਰਾਂ ਨੂੰ ਅਸੀਂ ਸਰਪ੍ਰਸਤ ਬਣਾਇਆ ਤੇ ਪੰਜਾਬੀ ਸਹਿ ਸਭਾ ਚਗਾਵਾਂ ਦੀ ਸਥਾਪਨਾ ਕਰਤੀ 1990 ਦੇ ਵਿੱਚ। ਤੇ ਉਹ ਸਭਾ ਦਾ 1990 ਦੇ ਵਿੱਚ ਪਹਿਲਾ ਜਨਰਲ ਸਕੱਤਰ ਵੀ ਮੈਂ ਬਣਿਆ ਸਾਂ, ਜਦੋਂ ਕਿ ਉਸ ਸਮੇਂ +2 ਦੇ ਵਿੱਚ ਮੈਂ ਪੜ੍ਹ ਰਿਹਾ ਸਾਂ। ਤੇ ਇਹ ਸਮਾਂ ਮੇਰੇ ਮਨ ਦੇ ਵਿੱਚ ਸਾਡੇ ਸਾਥੀਆਂ ਦੇ ਵਿਚਾਰ ਆਇਆ ਤੇ ਅਸੀਂ ਸਭਾ ਦੀ ਜਿਹੜੀ ਆ ਗਠਨ ਕਰ ਦਿੱਤਾ। ਬਹੁਤ ਹੀ ਛੋਟੀ ਉਮਰ 'ਚ ਤੁਸੀਂ ਇਹ ਉਪਰਾਲਾ ਕੀਤਾ ਹੈ, ਤਾਂ ਤੁਸੀਂ ਵਧਾਈ ਦੇ ਪਾਤਰ ਹੋ। ਕੁਝ ਸਵਾਲ ਇਹੋ ਜਿਹੇ ਨੇ ਜਿਹੜੇ ਕਿ ਕਿਤੇ ਕੀਤੇ ਜਾਣ ਤੇ ਉਹਨੂੰ ਆਪਾਂ ਅੰਗਰੇਜ਼ੀ ਵਿੱਚ ਜਿਵੇਂ ਕਹਿੰਦੇ ਵੀ ਕੰਟਰੋਵਰਸ਼ਲ ਇਹ ਮੈਟਰ ਕ੍ਰੀਏਟ ਕਰਦੇ ਨੇ। ਕੀ ਤੁਹਾਡੇ ਨਾਲ ਵੀ ਇਦਾਂ ਦਾ ਹੋਇਆ ਕਿ ਤੁਸੀਂ ਜੇ ਕੁਝ ਕਰਨਾ ਚਾਹਿਆ ਤੇ ਤੁਹਾਨੂੰ ਵੀ ਕਿੰਤੂ ਪਰੰਤੂ ਦਾ ਸਾਹਮਣਾ ਕਰਨਾ ਪਿਆ, ਤੇ ਤੁਹਾਡਾ ਵੀ ਮਨ ਹੋਇਆ ਕਿ ਛੱਡੋ ਪਰਾਂ ਇਸ ਗੱਲ 'ਚੋਂ ਕੀ ਲੈਣਾ ਹੈ, ਆਪਾਂ ਪਰੇ ਹੀ ਚੰਗੇ ਆ? ਕੀ ਇਹੋ ਜਿਹੀ ਨੌਬਤ ਤਾਂ ਨਹੀਂ ਕਦੀ ਆਈ? ਬਿਲਕੁਲ ਜੀ। ਜਦੋਂ ਆਪਾਂ ਕੰਮ ਕਰਦੇ ਆ ਨਾ ਤੇ ਇਹੋ ਜਿਹੀ ਨੌਬਤ ਤੇ ਆਉਂਦੀ ਆ।
ਹਰ ਬੰਦੇ ਨੂੰ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਦਿਆਂ ਆਉਂਦੀ ਹੈ। ਹੋਇਆ ਇੰਜ ਵੀ ਸਭਾ ਚੱਲਦੀ ਰਹੀ। ਜਦੋਂ ਮੈਂ ਦੱਸ ਰਿਹਾ ਨਾ ਅਸੀਂ ਗਠਨ ਕੀਤਾ 90 ਦੇ ਵਿੱਚ, ਤੇ ਸਾਡੀ ਸਭਾ ਦੇ ਪਹਿਲੇ ਪ੍ਰਧਾਨ ਗੁਰਬਿੰਦਰ ਸਿੰਘ ਬਾਗੀ ਬਣੇ। ਉਹ ਵੀ ਮੇਰੇ ਤੋਂ 4 ਸਾਲ ਸੀਨੀਅਰ ਸਨ ਤੇ ਉਹ ਵੀ ਛਾਪਦੇ ਸਨ, ਤੇ ਇਸ ਕਰਕੇ ਉਹਨਾਂ ਨੂੰ ਪ੍ਰਧਾਨ ਤੇ ਮੈਨੂੰ ਜਨਰਲ ਸਕੱਤਰ ਬਣਾਤਾ। 2 ਸਾਲ ਉਹ ਪ੍ਰਧਾਨ ਰਹੇ ਤੇ ਫਿਰ ਸਾਡੇ ਇਲਾਕੇ ਦੇ ਬੜੇ ਮਸ਼ਹੂਰ ਕਹਾਣੀਕਾਰ ਜਿਹੜੇ ਹੁਣ ਦੁਨੀਆ 'ਚ ਨਹੀਂ ਰਹੇ, ਸਰਮੀਤ, ਉਹ ਮੁਖਤਾਰ ਗਿੱਲ ਹੋਣਾ ਕੋਲ ਰਹਿੰਦੇ ਸਨ, ਉਹਨਾਂ ਨੂੰ ਸਭਾ ਦਾ ਪ੍ਰਧਾਨ ਬਣਾਤਾ। ਉਸ ਤੋਂ ਬਾਅਦ ਸਾਡੇ ਇੱਕ ਸਾਥੀ ਸਨ ਪ੍ਰਵੀਨ ਪੁਰੀ, ਜਿਹੜੇ ਅੱਜ ਕੱਲ੍ਹ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਯੂਨੀਵਰਸਿਟੀ ਦੇ ਵਿੱਚ ਹੈਗੇ ਨੇ, PRO ਡਾਇਰੈਕਟਰ ਨੇ। ਇਹ ਉਹਨਾਂ ਨੂੰ ਵੀ ਪ੍ਰਧਾਨ ਬਣਾਇਆ, 2 ਸਾਲ ਉਹਨਾਂ ਨੇ ਕੀਤੀ। ਉਸ ਤੋਂ ਬਾਅਦ ਅਸੀਮ ਇੰਦਰ ਬਾਜਵਾ ਸਾਡਾ ਇੱਕ ਮਿੱਤਰ ਸੀ, ਮੇਰੇ ਨਾਲ ਪੜ੍ਹਦਾ ਸੀ, ਤੇ ਅੱਖਰ ਦੇ ਵਿੱਚ ਵੀ ਉਹ ਕਾਫੀ ਸਹਿਯੋਗੀ ਰਿਹਾ ਪਰਮਿੰਦਰਜੀਤ ਉਹਨਾਂ ਦੇ ਨਾਲ। ਉਸ ਨੂੰ ਵੀ ਸਭਾ ਦਾ ਪ੍ਰਧਾਨ ਬਣਾਇਆ। 1 ਸਾਲ ਬਾਅਦ ਫਿਰ ਚੋਣ ਹੋਈ ਤੇ ਉਸ ਤੋਂ ਬਾਅਦ ਮੈਨੂੰ ਪ੍ਰਧਾਨ ਚੁਣ ਲਿਆ। ਮੇਰੀ ਅਗਵਾਈ ਦੇ ਵਿੱਚ ਕੋਈ 5-7 ਪ੍ਰੋਗਰਾਮ ਹੋ ਗਏ ਤੇ ਫਿਰ ਪ੍ਰੀਨਗਰ ਦੇ ਵਿੱਚ ਇੱਕ ਸਮਾਗਮ ਤੋਂ ਬਾਅਦ ਬੈਠਿਆਂ ਜਿਵੇਂ दारू ਪੀ ਕੇ ਕਈ ਵਾਰੀ ਬੰਦਿਆਂ ਦੀ ਸਾਡੇ ਖਿੜ ਜਾਂਦੀ ਆ, ਤੇ ਮੁਖਤਾਰ ਗਿੱਲ ਹੋਣੀ ਕਹਿਣ ਲੱਗੇ ਤੂੰ ਠੇਕਾ ਲਿਆ ਵੀ ਤੂੰ ਹਰ ਵਾਰੀ ਪ੍ਰਧਾਨ ਬਣਨਾ, ਮੈਂ ਐਤਕੀ ਫਿਰ ਗੁਰਬਿੰਦਰ ਬਾਗੀ ਨੂੰ ਪ੍ਰਧਾਨ ਬਣਾਉਣਾ। ਮੈਂ ਕਿਹਾ ਭਾਜੀ ਚਲੋ ਬਣਾਉਣਾ ਤੇ ਇਦਾਂ ਕਰਦੇ ਆਪਾਂ ਚੋਣ ਲੜਦੇ ਆ, ਬਾਗੀ ਵੀ ਪ੍ਰਧਾਨ ਖਲੋ ਜਾ, ਮੈਂ ਵੀ ਖਲੋ ਜਾਣਾ, ਜਿਹੜਾ ਜਿੱਤ ਗਿਆ ਮੈਂ ਕਿਹਾ ਮੈਂ ਤੇ ਪ੍ਰਧਾਨਗੀ ਦੀ ਚੋਣ ਲੜਨੀ ਆ ਫਿਰ। ਅੱਛਾ, ਉੱਥੇ ਗੱਲ ਤੇ ਆਈ ਗਈ ਹੋਈ। ਹਫ਼ਤੇ ਬਾਅਦ ਅਖਬਾਰ ਜੀ ਦੇ ਵਿੱਚ ਖਬਰ ਲੱਗੀ, ਮੈਨੂੰ ਪਤਾ ਹੀ ਨਹੀਂ ਕਿ ਕੋਈ ਮੀਟਿੰਗ ਹੋਈ ਆ ਜਾਂ ਚੋਣ ਹੋਈ ਆ, ਵੀ ਗੁਰਬਿੰਦਰ ਬਾਗੀ ਜਿਹੜਾ ਵਾ ਉਹ ਸਹਿ ਸਭਾ ਦਾ ਪ੍ਰਧਾਨ ਬਣ ਗਿਆ। ਮੈਨੂੰ ਬੜੀ ਹੈਰਾਨਗੀ ਹੋਈ ਵੀ ਮੈਨੂੰ ਤੇ ਪੁੱਛਿਆ ਹੀ ਨਹੀਂ ਗਿਆ, ਜਾਂ ਮੇਰੇ ਹੋਰ ਸਾਥੀ ਜਿਹੜੇ ਮੇਰਾ ਸਾਥ ਦੇਣ ਵਾਲੇ ਸੀ ਉਹ ਕਿਸੇ ਨੂੰ ਸੂਚਿਤ ਨਹੀਂ ਕੀਤਾ, ਤੇ ਉਹ ਆਪੇ ਹੀ ਖਬਰ ਲੱਗ ਗਈ। ਮੈਂ ਇਸ ਗੱਲ ਦਾ ਵਿਰੋਧ ਵੀ ਕੀਤਾ। ਉਸ ਤੋਂ ਬਾਅਦ ਕੀ ਹੋਇਆ ਵੀ ਅਸੀਂ ਮੀਟਿੰਗ ਰੱਖੀ, ਅਸੀਂ ਵੀ ਅਖਬਾਰ ਦੇ ਵਿੱਚ ਦਿੱਤਾ ਵੀ ਇਸ ਦਿਨ ਚਗਾਵਾਂ ਦੇ ਵਿੱਚ ਮੀਟਿੰਗ ਹੋ ਰਹੀ ਆ, ਜਿੱਥੇ ਉਹ ਬਾਗੀ ਦੀ ਦੁਕਾਨ ਸੀ ਫੋਟੋਗ੍ਰਾਫੀ ਦੀ, ਉਹਦੀ ਦੁਕਾਨ ਦੇ ਸਾਹਮਣੇ ਰੈਸਟੋਰੈਂਟ ਸੀ, ਉੱਥੇ ਅਸੀਂ ਰੱਖ ਲਈ। ਉਹ 'ਚ ਮਿੱਤਰ ਸਾਡੇ ਇਕੱਠੇ ਹੋਏ, ਬੁਲਾਇਆ ਅਸੀਂ ਬਾਗੀ ਨੂੰ ਵੀ ਤੇ ਗਿੱਲ ਸਾਹਿਬ ਨੂੰ ਵੀ, ਪਰ ਉਹ ਮੀਟਿੰਗ ਦੇ ਵਿੱਚ ਨਹੀਂ ਆਏ, ਉਹ ਆਪਣੀ ਦੁਕਾਨ ਤੇ ਬੈਠੇ ਰਹੇ ਸਾਹਮਣੇ। ਉੱਥੇ ਚੋਣ ਹੋਈ, ਮੇਰੇ ਸਾਥੀਆਂ ਨੇ ਫਿਰ ਮੈਨੂੰ ਪ੍ਰਧਾਨ ਚੁਣ ਲਿਆ। ਉਹਨਾਂ ਦੀ ਜਿਹੜੀ ਸਭਾ ਸੀ ਉਹਨਾਂ ਆਪਣਾ ਨਾਂ ਬਦਲ ਲਿਆ ਥੋੜ੍ਹਾ ਜਿਹਾ, ਫਿਰ ਪੰਜਾਬੀ ਸਾਹਿਤ ਤੇ ਕਲਾ ਮੰਚ ਪ੍ਰੀਨਗਰ ਰੱਖਤਾ, ਅਸੀਂ ਉਹੀ ਨਾਂ ਰੱਖਿਆ ਪੰਜਾਬੀ ਸਾਹਿਤ ਸਭਾ ਚਗਾਵਾਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਵੀ ਉਹਨਾਂ ਦੀ ਸਭਾ ਦਾ ਇੱਕੋ ਹੀ ਸਮਾਗਮ ਪ੍ਰੀਨਗਰ ਦੇ ਵਿੱਚ ਹੋਇਆ, ਉਹਦੇ ਵਿੱਚ 35 ਤੋਂ 40 ਬੰਦੇ ਇਕੱਠੇ ਹੋਏ ਤੇ 7-8 ਜਾਣੇ ਸਾਡੀ ਸਹਿ ਸਭਾ ਚਗਾਵਾਂ ਦੇ ਸੀ। ਮੈਨੂੰ ਵੀ ਉੱਥੇ ਸ਼ਾਮਲ ਕੀਤਾ, ਮਾਨ ਸਨਮਾਨ ਕੀਤਾ। ਤੇ ਉਸ ਤੋਂ ਬਾਅਦ ਇੱਕ ਹੋਰ ਮਿੱਤਰ ਸਾਡੇ ਆਏ ਜਸਵੀਰ ਸਿੰਘ ਝਬਾਲ, ਉਹ ਅਜੇ ਸਾਲ ਵੀ ਨਹੀਂ ਪੂਰਾ ਹੋਇਆ, ਕਹਿੰਦੇ ਸਭਾ ਦੀ ਚੋਣ ਕਦੋਂ ਕਰਾਉਣੀ ਆ। ਮੈਂ ਕਿਹਾ ਝਬਾਲ ਸਾਹਿਬ ਕੀ ਗੱਲ, ਕਹਿੰਦੇ ਯਾਰ ਮੇਰਾ ਜੀ ਕਰਦਾ ਮੈਂ ਪ੍ਰਧਾਨ ਬਣਾਇਆ ਸਭਾ ਦਾ। ਮੈਂ ਕਿਹਾ ਝਬਾਲ ਸਾਹਿਬ ਇਦਾਂ ਤਾਂ ਨਹੀਂ, ਅਜੇ ਤੇ ਤੁਸੀਂ ਸਮਝਿਆ ਵੀ ਨਹੀਂ ਸਹਿ ਸਭਾ ਨੂੰ, ਤੇ ਆਪਾਂ ਚੋਣ ਕਰਾਂਗੇ, ਫਿਰ ਤੁਸੀਂ ਵੀ ਉਮੀਦਵਾਰ ਹੋਇਓ, ਮੈਂ ਵੀ। ਤੇ ਹੋਇਆ ਕਿ ਕੁਝ ਦਿਨਾਂ ਬਾਅਦ ਝਬਾਲ ਸਾਹਿਬ ਨੇ ਵੱਖਰੀ ਸਭਾ ਬਣਾ ਲਈ, ਪੰਜਾਬੀ ਸਾਹਿਤ ਮੰਚ ਤੇ ਸੱਭਿਆਚਾਰਕ ਕਲਾ ਕੇਂਦਰ ਇਦਾਂ ਕਰਕੇ ਬਣਾ ਲਈ, ਤੇ ਉਹਨਾਂ ਆਪਣੇ ਪ੍ਰਧਾਨ ਬਣ ਗਏ। ਸਾਡੀ ਸਭਾ ਫਿਰ ਉਸੇ ਤਰ੍ਹਾਂ, ਮੇਰਾ ਕਹਿਣ ਦਾ ਭਾਵ ਵੀ ਸਾਡੀ ਸਭਾ ਦੇ ਵਿੱਚੋਂ 2 ਸਭਾ ਨਿਕਲੀਆਂ, ਤੇ ਚਲੋ ਝਬਾਲ ਸਾਹਿਬ ਜਿੱਦਾਂ ਚਲਾ ਰਹੇ ਨੇ ਸਭਾ ਦਾ, ਉਹ ਪਤਾ ਹੀ ਆ ਸਾਰਿਆਂ ਨੂੰ, ਵਧੀਆ ਢੰਗ ਨਾਲ ਚਲੋ ਕਰ ਰਹੇ ਨੇ ਉਹ ਆਪਣਾ ਕੰਮ। ਤੇ ਜਿਹੜੇ ਬਾਗੀ ਸਾਹਿਬ ਪ੍ਰਧਾਨ ਸਨ ਉਹ ਸਭਾ ਬਿਲਕੁਲ ਖਤਮ ਹੋ ਚੁੱਕੀ ਆ, ਤੇ ਗਿੱਲ ਸਾਹਿਬ ਦਾ ਅਸੀਂ ਉਸੇ ਤਰ੍ਹਾਂ ਹੀ ਮਾਣ ਸਤਿਕਾਰ ਕਰਦੇ ਹਾਂ, ਕਿਉਂਕਿ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਵਾ, ਔਰ ਉਂਗਲ ਫੜ ਕੇ ਸਾਨੂੰ ਤੋਰਿਆ ਵੀ ਆ ਉਹਨਾਂ ਨੇ। ਇਸ ਕਰਕੇ ਆਪਣੇ ਉਸਤਾਦ ਵਜੋਂ ਮੈਂ ਉਹਨਾਂ ਦੀ ਹੁਣ ਵੀ ਕਦਰ ਕਰਦਾ। ਪਰ ਸਮੱਸਿਆਵਾਂ ਆਈਆਂ, ਅਸੀਂ ਡੋਲੇ ਨਹੀਂ, ਅਸੀਂ ਲਗਾਤਾਰ ਕੰਮ ਕਰਦੇ ਰਹੇ, ਸਾਡਾ ਕਾਫਲਾ ਵੱਧਦਾ ਰਿਹਾ। ਇਸ ਵੇਲੇ ਲਗਭਗ 35-40 ਬੰਦੇ ਸਾਡੀ ਸਭਾ ਦੇ ਨਾਲ ਜੁੜੇ ਹੋਏ ਨੇ। ਇਹਦੇ ਵਿੱਚ ਤੁਹਾਨੂੰ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਨਹੀਂ ਆਈਆਂ ਜਿਸ ਦੌਰਾਨ 'ਚ ਤੁਸੀਂ ਇੰਨੇ ਲੰਬੇ ਅਰਸੇ ਤੋਂ ਤੁਸੀਂ ਪ੍ਰਧਾਨ ਹੀ ਆ ਰਹੇ ਹੋ? ਮੈਨੂੰ ਲੱਗਦਾ ਨਹੀਂ ਵੀ ਹੁਣ ਤੁਹਾਨੂੰ ਕੋਈ ਚੈਲੰਜ ਕਰਨ ਵਾਲਾ ਹੋਵੇ। ਚਲੋ ਦੋਸਤ ਨੇ ਜੇ ਇਲੈਕਸ਼ਨ ਚਾਹੁੰਦੇ ਹੋਣ ਤਾਂ ਕੋਈ ਹਰਜ ਨਹੀਂ ਹੁੰਦਾ ਜੀ, ਇਲੈਕਸ਼ਨ ਹੋ ਸਕਦੀ ਹੈ। ਜਿਸ ਦੌਰਾਨ 'ਚ ਤੁਸੀਂ ਇੰਨਾ ਸਮਾਂ ਇਹ ਕੱਢਿਆ, ਇਹਦੇ ਵਿੱਚ ਫੰਡ ਦੀ ਜਾਂ ਹੋਰ ਇਹੋ ਜਿਹੀ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਮਹਿਸੂਸ ਹੋਈ ਹੋਏਗੀ ਜ਼ਰੂਰ, ਤੇ ਉਹਦੇ ਵਾਸਤੇ ਤੁਸੀਂ ਫਿਰ ਕਿੱਦਾਂ ਦੇ ਉਪਰਾਲੇ ਕੀਤੇ? ਵੇਖੋ ਜੀ, ਜਦੋਂ ਕਿਸੇ ਵੀ ਸੰਸਥਾ ਨੂੰ ਚਲਾਉਣ ਵਾਸਤੇ ਜਿਹੜੀ ਆ ਉਹ ਆਰਥਿਕ ਪੱਖ ਤੋਂ ਵੀ ਮਜ਼ਬੂਤ ਹੋਣ ਦੀ ਲੋੜ ਆ, ਪਰ ਸਾਡੀ ਸਭਾ ਦੇ ਕੋਲ ਕਿਸੇ ਕਿਸਮ ਦਾ ਕੋਈ ਫੰਡ ਨਹੀਂ ਆ, ਕੋਈ ਗ੍ਰਾਂਟ ਨਹੀਂ ਆਉਂਦੀ।
ਅਸੀਂ ਜਿਹੜਾ ਸ਼ੁਰੂ ਦੇ ਦੌਰ ਦੇ ਵਿੱਚ ਨਾ ਅਸੀਂ ਕੁਝ ਸੱਜਣਾ ਦੇ ਕੋਲ ਜਿਨ੍ਹਾਂ ਨੂੰ ਅਸੀਂ ਜਾਣਦੇ ਸਾਂ ਉਹਨਾਂ ਦੇ ਕੋਲ ਜਾਂਦੇ ਸਾਂ ਤੇ ਉਹਨਾਂ ਕੋਲ ਚੰਦਾ ਇਕੱਠਾ ਕਰਦੇ ਸਾਂ। ਕਿਸੇ ਨੇ 100 ਦੇ ਦੇਣਾ, ਕਿਸੇ ਨੇ 200, ਕਿਸੇ ਨੇ 50, ਕਿਸੇ ਨੇ 500 ਵੀ ਦੇ ਦੇਣਾ ਤੇ ਅਸੀਂ ਸਾਲ ਬਾਅਦ ਉਹ ਚੰਦਾ ਇਕੱਠਾ ਕਰਕੇ ਤੇ ਸਮਾਗਮ ਕਰਵਾ ਦੇਣਾ। ਫਿਰ ਉਸ ਤੋਂ ਬਾਅਦ ਅਸੀਂ ਕੀਤਾ ਵੀ ਆਪਣੇ ਤੌਰ ਤੇ ਆਪਣੇ ਮਿੱਤਰਾਂ ਦੇ ਨਾਲ ਸਲਾਹ ਕਰਕੇ ਤੇ ਅਸੀਂ ਆਪਣੇ ਬਾਹਰੋਂ ਨਹੀਂ ਲੈਣਾ, ਆਪਣੇ ਤੌਰ ਤੇ ਕਰਨਾ। ਅਸੀਂ 500 ਰੁਪਈਆ, ਕਿਸੇ ਨੇ 1000 ਦੇ ਦੇਣਾ, ਕੁਝ ਮਿੱਤਰਾਂ ਨੇ ਕਹਿਣਾ ਮੈਂ 2000 ਦੇ ਦੇਣਾ, ਕਿਸੇ ਨੇ ਕਹਿਣਾ ਸਨਮਾਨ ਕਰਨਾ ਤੇ ਲੈ ਚਾਹ ਮੇਰੇ ਵੱਲੋਂ, ਦੂਜੇ ਨੇ ਕਹਿਣਾ ਵੀ ਰੋਟੀ ਦਾ ਅਸੀਂ ਰਲ ਕੇ ਕਰ ਲਾਂਗੇ, ਤੀਸਰੇ ਨੇ ਕਹਿਣਾ ਲੈ ਜਿਹੜੇ ਸਨਮਾਨ ਪੱਤਰ ਉਹ ਮੈਂ ਬਣਾ ਦੂੰ, ਕਿਸੇ ਨੇ ਕਹਿਣਾ ਵੀ ਲੈ ਸ਼ੌਲ ਜਿਹੜੇ ਦੇਣੇ ਆ ਉਹ ਮੈਂ ਲਿਆਉਂਗਾ। ਤੇ ਕੁਝ ਸਾਡੇ ਬਾਹਰ ਵਾਲੇ ਮਿੱਤਰ ਆ ਜਿਵੇਂ ਕੁਲਜੀਤ ਗਜਲ ਆ ਆਸਟ੍ਰੇਲੀਆ ਦੇ ਵਿੱਚ, ਉਸ ਨੇ ਵੀ ਕਈ ਵਾਰ ਸਾਡੀ ਮਦਦ ਕੀਤੀ। ਇੰਦਰਜੀਤ ਪੁਰੇਵਾਲ ਨੇ, ਉਹ ਵੀ ਮਦਦ ਕਰਦੇ ਰਹੇ ਮੇਰੀ ਇਸ ਪ੍ਰੋਗਰਾਮਾਂ ਦੇ ਵਿੱਚ। ਸਰਤਾਜ ਧੌਲ ਅੱਜ ਵੀ ਥੋੜ੍ਹੀ ਬਹੁਤੀ ਜੋ ਵੀ ਹੋਵੇ, ਅਸੀਂ ਕਦੀ ਮਤਲਬ ਬਹੁਤਾ ਇਹ ਨਹੀਂ ਕਿਹਾ ਵੀ ਸਾਡੇ ਮਿੱਤਰ ਵਿਦੇਸ਼ਾਂ 'ਚ ਬੈਠੇ ਆ ਤੇ ਅਸੀਂ ਇੰਨੇ ਲੈਣੇ ਆ। ਜੇ 1000 ਦੇਤਾ ਤਾਂ ਵੀ 7 ਵਜੇ ਨੇ, ਜੇ 2 ਦੇਤਾ ਤਾਂ ਵੀ, ਜੇ 5 ਦੇਤਾ ਤਾਂ ਵੀ। ਤੇ ਅਸੀਂ ਇਸ ਢੰਗ ਦੇ ਨਾਲ ਹੁਣ ਤੱਕ ਲਗਾਤਾਰ ਪ੍ਰੋਗਰਾਮ ਕਰਵਾ ਰਹੇ ਹਾਂ ਤੇ ਐਤਕੀ 31 ਅਕਤੂਬਰ ਨੂੰ ਅਸੀਂ 31ਵਾਂ ਜਿਹੜਾ ਸਾਲਾਨਾ ਸਮਾਗਮ ਕਰਵਾਉਣ ਜਾ ਰਹੇ ਹਾਂ। ਇੱਕ ਸਮੱਸਿਆ ਇਹੋ ਜਿਹੀਆਂ ਗੱਲਾਂ 'ਚ ਆਉਂਦੀ ਹੈ, ਜਿਵੇਂ ਕਿ ਮੈਂ 20 ਅੱਖਰ ਸਾਹਿਤ ਅਕਾਦਮੀ ਦਾ 5 ਸਾਲ ਪ੍ਰਧਾਨ ਰਿਹਾ। ਚਲੋ ਦੋਸਤਾਂ ਨੇ ਬਣਾਇਆ, ਮੈਂ ਬਣ ਗਿਆ। ਕਿ ਇਸ ਤਰ੍ਹਾਂ ਦੀ ਨੌਬਤ ਆਉਂਦੀ ਰਹੀ ਹੈ ਕਿ ਨੈਤਿਕ ਪੱਖੋਂ ਕੁਝ ਮੈਂਬਰ ਨੈਤਿਕਤਾ ਨੂੰ ਭੁੱਲ ਜਾਂਦੇ ਹੋਣ ਤੇ ਤੁਹਾਡੀ ਸੰਸਥਾ ਹੈ ਜਿਹੜੀ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਮਿਹਨਤ ਕਰਕੇ ਤੁਸੀਂ ਅੱਗੇ ਲੈ ਗਏ ਹੋ, ਉਹਦੇ ਵਾਸਤੇ ਜਾਂ ਉਹਨੂੰ ਠੀਕ ਕਰਨ ਵਾਸਤੇ ਜਾਂ ਨੈਤਿਕ ਦਾ ਪੱਖ ਉੱਚਾ ਕਰਨ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਹੋਵੇ। ਇਹੋ ਜਿਹੇ ਪਲ ਵੀ ਆਉਂਦੇ ਰਹੇ ਵਿੱਚ? ਸਾਡੇ ਬਹੁਤ ਘੱਟ ਇਹੋ ਜਿਹਾ ਹੋਇਆ ਕਿਉਂਕਿ ਸਾਡੇ ਜਿਹੜੇ ਆ ਨਾ ਗਰੁੱਪ ਆ ਉਹ ਲਗਭਗ ਸਾਡੇ ਹਾਣੀ ਨੇ ਜਾਂ ਸਾਲ 2 ਸਾਲ ਵੱਡੇ ਹੋਣਗੇ ਤਾਂ ਛੋਟੇ ਹੋਣਗੇ। ਤੇ ਹੁਣ ਵੱਡੀ ਉਮਰ ਦੇ ਵੀ ਕੁਝ ਬਾਅਦ ਦੇ ਵਿੱਚ ਸਾਡੇ ਨਾਲ ਸਾਥੀ ਜਿਹੜੇ ਤੁਰੇ ਨੇ, ਜਿਵੇਂ 2 ਸਾਡੇ ਸਾਥੀ ਪਿਛਲੇ ਸਮੇਂ ਦੇ ਵਿੱਚ ਦੋਵੇਂ ਅਸੀਂ ਸਰਪ੍ਰਸਤ ਬਣਾਏ ਸੀ, ਗਿਆਨੀ ਅਮਰੀਕ ਸਿੰਘ ਸ਼ੇਰਗਿੱਲ ਤੇ ਇਸੇ ਤਰ੍ਹਾਂ ਗੁਰਚਰਨ ਸਿੰਘ ਚੰਨਾ ਰਾਣੀ ਵਾਲੀਆ। ਉਹ ਵਿਛੜ ਚੁੱਕੇ ਨੇ ਸਾਡੇ ਤੋਂ, ਮਤਲਬ ਸਾਡੇ ਉਹ ਵੱਡੇ ਸਨ ਤੇ ਬਜ਼ੁਰਗਾਂ ਕਰਕੇ ਉਹਨਾਂ ਦੀ ਅਗਵਾਈ ਵੀ ਲੈਂਦੇ ਸਾਂ। ਤੇ ਹੁਣ ਵੀ ਗੋਪਾਲ ਸਿੰਘ ਨਿਮਾਣਾ ਨੇ, ਇਤਿਹਾਸਕਾਰ ਇਸ ਦਲੇਰ ਨੇ, ਜਾਂ ਗਿਆਨੀ ਪਿਆਰਾ ਸਿੰਘ ਜਾਜਕ ਵਰਗੇ ਜਿਹੜੇ ਵੱਡੀ ਉਮਰ ਦੇ ਲੋਕ ਨੇ, ਉਹ ਸਾਡਾ ਸਾਥ ਦਿੰਦੇ ਨੇ। ਬਾਕੀ ਸਾਡਾ ਜਿਹੜੇ ਨੌਜਵਾਨ ਪੀੜ੍ਹੀ ਆ ਤੇ ਕੋਈ ਬਹੁਤੀ ਕਦੀ ਇਹੋ ਜਿਹੀ ਨੈਤਿਕ ਪੱਖ ਤੋਂ ਸਮੱਸਿਆ ਨਹੀਂ ਆਈ। ਅਸੀਂ ਹੱਸ ਖੇਡ ਕੇ ਤੇ ਬੜੇ ਵਧੀਆ ਢੰਗ ਦੇ ਨਾਲ ਆਪਣਾ ਜਿਹੜਾ ਸਮਾਂ ਬਤੀਤ ਕਰ ਰਹੇ ਹਾਂ। ਇਸੇ ਤਰ੍ਹਾਂ ਸਾਡੀ ਸਭਾ ਦੀ ਇੱਕ ਜਨਰਲ ਸਕੱਤਰ ਹੁੰਦੀ ਸੀ ਵਰਿੰਦਰ ਕੌਰ ਪੰਨੂ, ਬੜਾ ਉਹ ਨਿੱਠ ਕੇ ਉਸ ਕੁੜੀ ਨੇ ਵੀ ਕੰਮ ਕੀਤਾ ਤਰੱਕੀ ਸਟੱਡੀ ਦੇ ਵਿੱਚ, ਸਹਿ ਸਭਾ ਲਈ ਵੀ। ਉਹਦੀ ਵੀ ਪਿਛਲੇ ਸਮੇਂ ਦੇ ਵਿੱਚ ਮੌਤ ਹੋ ਗਈ। ਤੇ ਸਾਨੂੰ ਮਤਲਬ ਉਹ ਜਿਹੜੇ ਸਾਡੇ ਸਾਥੀ ਤੁਰ ਗਏ ਆ ਉਹਨਾਂ ਦੀ ਬਹੁਤ ਘਾਟ ਮਹਿਸੂਸ ਹੁੰਦੀ ਆ। ਤੇ 2-3 ਲੜਕੀਆਂ ਵੀ ਸਾਡੇ ਨਾਲ ਹੁਣ ਵੀ ਕੰਮ ਕਰ ਰਹੀਆਂ ਨੇ। ਜੋਬਰ ਰੂਪ ਸ਼ੀਨਾ ਅਸੀਂ ਸਕੱਤਰ ਬਣਾਈ ਹੈ ਇਸ ਵੇਲੇ, ਔਰ ਬਹੁਤ ਵਧੀਆ ਕੰਮ ਕਰ ਰਹੀ ਹੈ, ਨਵੀਂ ਕਵਿੱਤਰੀ ਆ ਤੇ ਬਹੁਤ ਵਧੀਆ ਢੰਗ ਦਾ, ਕਹਿਣ ਦਾ ਭਾਵ ਆ, ਕੰਮ ਸਾਡਾ ਚੱਲ ਰਿਹਾ। ਤੇ ਇਹ ਵੀ ਮੈਂ ਦੱਸਣਾ ਆਪਣਾ ਮਾਣ ਮਹਿਸੂਸ ਕਰਦਾ ਕਿ ਲਗਭਗ 25 ਸਾਲ ਹੋ ਗਏ ਨੇ ਹੁਣ ਮੈਂ ਲਗਾਤਾਰ ਜਿਹੜਾ ਪੰਜਾਬੀ ਸਾਹਿਤ ਸਭਾ ਚੁਗਾਵਾਂ ਦਾ ਪ੍ਰਧਾਨ ਚੁਣਿਆ ਆ ਰਿਹਾ। ਤੇ ਹੁਣ 2 ਸਾਲ ਬਾਅਦ ਚੋਣ ਹੁੰਦੀ ਆ ਤੇ 13ਵੀਂ ਵਾਰ ਮੈਨੂੰ ਸਭਾ ਵਾਲਿਆਂ ਨੇ ਪ੍ਰਧਾਨ ਚੁਣ ਲਿਆ। ਤੇ ਇਸੇ ਸਭਾ ਦਾ ਜਾਂ ਇਸ ਕੰਮ ਕਰਨ ਦਾ ਸਿੱਟਾ ਹੀ ਆ ਵੀ ਐਤਕੀ ਪਹਿਲੀ ਵਾਰ ਕੇਂਦਰੀ ਸਭਾ ਦੇ ਵਿੱਚ ਪ੍ਰੋਫੈਸਰ ਸਰਜੀਤ ਜੱਜ ਹੋਰਾਂ ਨੇ, ਮੇਰੇ ਜਾਂ ਸਾਥੀ ਭੁਪਿੰਦਰ ਸਿੱਧੂ ਸੀ, ਰਮੇਸ਼ ਯਾਦਵ ਸੀ, ਇਸੇ ਤਰ੍ਹਾਂ ਗੁਰਬਾਜ ਸੀ, ਮਹਾਂਵੀਰ ਗਿੱਲ ਸੀ। ਤੇ ਉੱਤੇ ਜੇ ਕੇਂਦਰੀ ਸਭਾ ਦੇ ਵਿੱਚ ਸਾਡੇ ਜਿਹੜੇ ਇਸ ਵੇਲੇ ਜਨਰਲ ਸਕੱਤਰ ਨੇ ਡਾਕਟਰ ਸੁਖਦੇਵ ਸਿੰਘ ਸਿਰਸਾ, ਡਾਕਟਰ ਸਰਬਜੀਤ ਸਿੰਘ ਕੇਂਦਰੀ ਸਭਾ ਦੇ ਵਿੱਚ ਪਿਛਲੀ ਵਾਰ ਪ੍ਰਧਾਨ ਸੀ, ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਐਤਕੀ ਤੈਨੂੰ ਚੋਣ ਲੜਾਉਣੀ ਹੈ। ਔਰ ਚੋਣ ਦੇ ਵਿੱਚ ਸਕੱਤਰ ਵਜੋਂ ਮੈਨੂੰ ਉਹਨਾਂ ਨੇ ਖੜਿਆ ਕਰ ਦਿੱਤਾ। ਅਸੀਂ ਚੋਣ ਬੜੀ ਤੇਜ਼ੀ ਦੇ ਨਾਲ ਆਰੰਭਿਆ। ਤੁਸੀਂ ਵੀ ਸਾਡੇ ਸਾਥ ਦਿੱਤਾ ਵਾ, ਸਾਡੇ ਨਾਲ ਰਹੇ ਉਹਨਾਂ ਸਰਗਰਮੀਆਂ 'ਚ। ਪਰ ਵਧੀਆ ਗੱਲ ਇਹ ਹੋਈ ਕਿ ਅਖੀਰ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਚੋਣਾਂ ਤੋਂ ਸਮਝੌਤਾ ਹੋ ਗਿਆ ਤੇ ਜਿਹੜੇ 12 ਮੈਂਬਰ ਚੁਣੇ ਜਾਣੇ ਸੀ, 6 ਦੂਸਰੀ ਟੀਮ ਦੇ ਤੇ 6 ਮੇਰੀ ਟੀਮ ਦੇ ਚੁਣੇ ਗਏ ਤੇ ਉਹਨੇ 6 ਦੇ ਵਿੱਚ ਮੇਰਾ ਨਾਮ ਵੀ ਆ ਗਿਆ। ਤੇ ਮੈਂ ਸਮਝਦਾ ਕਿ ਉਹ ਜਿਹੜੀਆਂ ਸਰਗਰਮੀਆਂ ਸਹਿ ਸਭਾ ਵਾਸਤੇ ਕੀਤੀਆਂ, ਜੋ ਪਛਾਣ ਬਣੀ, ਉਹਦਾ ਮੈਨੂੰ ਜਿਹੜਾ ਮੁੱਲ ਇਸ ਰੂਪ ਦੇ ਵਿੱਚ ਮਿਲਿਆ। ਸਰਬਸੰਮਤੀ ਦਾ ਸਹਿਤ ਸਭਾ ਨੂੰ ਹੀ ਫਾਇਦਾ ਹੋਇਆ। ਤੇ ਤੁਸੀਂ ਬਹੁਤ ਦੇਰ ਤੋਂ ਇਹਨਾਂ ਸਰਗਰਮੀਆਂ ਨਾਲ ਜੁੜੇ ਹੋ, ਜਿਵੇਂ ਕਿ ਆਪਾਂ ਜ਼ਿਕਰ ਕੀਤਾ। ਹੁਣ ਬੜੀ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ, ਕਿਉਂਕਿ 25 ਸਾਲ ਲਗਾਤਾਰ ਬਿਨਾਂ ਕਿਸੇ ਕੰਟਰੋਵਰਸੀ ਤੇ
ਸਭਾ ਨੂੰ ਅੱਗੇ ਲੈ ਕੇ ਜਾਣਾ, ਨਵੀਆਂ ਉਚਾਈਆਂ ਦੇਣੀਆਂ ਬੜਾ ਔਖਾ ਕੰਮ ਹੁੰਦਾ, ਲੇਕਿਨ ਤੁਸੀਂ ਕੀਤਾ। ਤੁਸੀਂ ਤੇ ਤੁਹਾਡੀ ਟੀਮ ਸਾਰੀ ਵਧਾਈ ਦੀ ਪਾਤਰ ਆ। ਮੈਂ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਹੁਣ ਤੁਹਾਡਾ ਕੋਈ ਹੋਰ ਨਵਾਂ ਟਾਰਗੇਟ ਹੈ ਕਿ ਇਹ ਜਿਹੜਾ ਤੁਸੀਂ ਕਰ ਰਹੇ ਹੋ ਉਸ ਤੋਂ ਇਲਾਵਾ ਕੁਝ ਵੱਖਰਾ, ਕੋਈ ਨਵਾਂ ਤੁਸੀਂ ਕੁਝ ਕਰਨਾ ਚਾਹ ਰਹੇ ਹੋ? ਹਾਂ ਬਿਲਕੁਲ ਜੀ, ਇਹ ਨਵਾਂ ਵੀ ਮੇਰਾ ਸਾਥ ਚੱਲ ਰਿਹਾ। ਜਿਹੜਾ ਮੇਰਾ ਜ਼ਿਕਰਯੋਗ ਕੰਮ ਆ ਉਹ ਇਹ ਆ ਵੀ ਮੇਰੇ ਸਾਥੀ ਮਿੱਤਰ ਬਲਬੀਰ ਪਰਵਾਨਾ, ਜਿਹੜੇ ਨਵਾਂ ਜ਼ਮਾਨਾ ਦੇ ਵਿੱਚ ਸਾਹਿਤ ਸੰਪਾਦਕ ਰਹੇ ਨੇ ਤੇ ਹੁਣ ਪਿਛਲੇ ਸਮੇਂ ਦੇ ਵਿੱਚ ਸੇਵਾ ਮੁਕਤ ਹੋ ਗਏ ਨੇ, ਉਹਨਾਂ ਨੇ ਮੈਨੂੰ ਕਿਹਾ ਯਾਰ ਔਲਖ ਸਾਡੀ ਨਵਾਂ ਜ਼ਮਾਨਾ ਵਾਸਤੇ, ਐਤਵਾਰਤਾ ਵਾਸਤੇ ਇੰਟਰਵਿਊਆਂ ਕਰ ਕੁਝ ਲੇਖਕਾਂ ਦੀਆਂ। ਔਰ ਮੈਂ ਉਹ ਇੰਟਰਵਿਊਆਂ ਕਰਨੀਆਂ ਸ਼ੁਰੂ ਕੀਤੀਆਂ। ਮੇਰੀਆਂ ਉਹ ਸਾਰੀਆਂ ਹੀ ਇੰਟਰਵਿਊਆਂ ਲਗਭਗ ਨਵਾਂ ਜ਼ਮਾਨਾ ਦੇ ਵਿੱਚ ਛਪੀਆਂ। ਫਿਰ ਉਸ ਤੋਂ ਬਾਅਦ ਕੁੰਭ ਮੈਗਜ਼ੀਨ ਪੁਰੇਵਾਲ ਹੋਣਾ ਨੇ, ਪ੍ਰੇਮ ਗੋਰਖੀ ਹੋਣਾ ਸ਼ੁਰੂ ਕੀਤਾ, ਕੁਝ ਇੰਟਰਵਿਊ ਉਹਦੇ ਛਪੀਆਂ। ਫਿਰ ਪੁਰੇਵਾਲ ਤੇ ਅਜੇ ਤਨਵੀਰ ਹੋਰਾਂ ਨੇ ਜਦੋਂ ਰਾਗ ਮੈਗਜ਼ੀਨ ਸ਼ੁਰੂ ਕੀਤਾ, ਮੈਨੂੰ ਪ੍ਰਬੰਧਕੀ ਸੰਪਾਦਕ ਦੇ ਤੌਰ ਤੇ ਉਹਨਾਂ ਨੇ ਨਿਯੁਕਤ ਕਰ ਦਿੱਤਾ ਤੇ ਉਹਦੇ ਵਿੱਚ ਵੀ ਮੇਰੀਆਂ ਇੰਟਰਵਿਊਆਂ ਲੱਗੀਆਂ। ਤੇ ਹੁਣ ਮੈਂ ਉਹ ਜਿਹੜੀਆਂ ਸਾਰਾ ਖਿਲਰਿਆ ਪੁੱਲਰਿਆ ਸਾਰਾ ਸਮਾਨ ਸੀ, ਸਾਰੀਆਂ ਮੁਲਾਕਾਤਾਂ ਸੀ, ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਆਪਣੀ ਜਿਹੜੀ ਪੁਸਤਕ ਆ ਸਿਰਜਕਾ ਸੰਗ ਸੰਵਾਦ ਉਹ ਪ੍ਰਕਾਸ਼ਿਤ ਕਰਤੀ ਆ ਔਰ ਆਉਣ ਵਾਲੇ ਸਮੇਂ 'ਚ ਉਹਨੂੰ ਰਿਲੀਜ਼ ਕਰਨਾ। ਤੇ ਜਦੋਂ ਮੈਂ ਹੁਣ ਕਿਤਾਬ ਭੇਟ ਕਰਦਾ, ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਯਾਰ ਜਿਹੜੇ ਮਿੱਤਰਾਂ ਨੂੰ ਮਿਲਦਾ ਉਹਨਾਂ ਬਾਰੇ ਨਾ ਮੈਂ ਥੋੜੀ ਜਾਣ ਪਛਾਣ ਉਹਨਾਂ ਬਾਰੇ ਵੀ ਕਰਵਾਵਾਂ। ਔਰ ਉਹ ਮੈਨੂੰ ਮਿੱਤਰਾਂ ਨੇ ਇੰਨਾ ਚੰਗਾ ਹੁੰਗਾਰਾ ਦਿੱਤਾ, ਉਹ ਕਹਿੰਦੇ ਤੂੰ ਤਾਂ ਯਾਰ ਰੇਖਾ ਚਿੱਤਰ ਵੀ ਸੋਹਣੇ ਲਿਖਣ ਲੱਗ ਪਿਆ। ਤੇ ਮੇਰੇ ਮਿੱਤਰ ਅਜੇ ਤਨਵੀਰ ਹੋਰਾਂ ਨੇ ਕਿਹਾ ਵੀ ਜੇ ਤੂੰ ਰੇਖਾ ਚਿੱਤਰ ਲਿਖ ਲੈਂਦਾ ਤੇ ਤੇਰੀ ਇਹ ਕਿਤਾਬ ਜਿਹੜੀ ਆ ਉਹ ਮੈਂ ਛਾਪੂੰਗਾ। ਉਹ ਪਿਛਲੀ ਕਿਤਾਬ ਵੀ ਮੇਰੀ ਉਹ ਤਨਵੀਰ ਨੇ ਤੇ ਇੰਦਰਜੀਤ ਪੁਰੇਵਾਲ ਹੋਰਾਂ ਨੇ ਛਾਪੀ ਆ, ਮੇਰਾ ਪੈਸਾ ਕੋਈ ਨਹੀਂ ਲੱਗਾ। ਉਹ ਮਿੱਤਰ ਪਿਆਰ ਕਰਦੇ ਨੇ ਤੇ ਉਹਨਾਂ ਗਾਂਹ ਵੀ ਪੇਸ਼ਕਸ਼ ਕਰਤੀ ਆ। ਤੇ ਹੁਣ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੇ ਆ ਪ੍ਰੋਗਰਾਮ ਆ ਉਹਨੂੰ ਵੀ ਪੂਰਾ ਕਰਨਾ ਵਾ। ਇਸ ਦੇ ਨਾਲ ਨਾਲ ਜਿਵੇਂ ਸਾਡਾ ਚੈਨਲ ਆ ਅਜੀਤ ਵੈਬ ਟੀਵੀ ਦਾ, ਉਹਦੇ ਵਾਸਤੇ ਮੈਂ ਦਰਦ 47 ਦਾ ਪ੍ਰੋਗਰਾਮ, ਜਿਹੜੇ 1947 ਦੇ ਵਿੱਚ ਬਜ਼ੁਰਗ ਪਾਕਿਸਤਾਨ 'ਚੋਂ ਉੱਜੜ ਕੇ ਆਏ ਸੀ ਹਿੰਦੁਸਤਾਨ ਦੇ ਵਿੱਚ, ਉਹਨਾਂ 'ਚੋਂ ਵਿਰਲੇ ਟਾਵੇਂ ਰਹਿ ਗਏ ਨੇ, ਉਹਨਾਂ ਦੀਆਂ ਇੰਟਰਵਿਊਆਂ ਕੀਤੀਆਂ। ਅਸੀਂ ਪੜ੍ਹਦੇ ਰਹਿੰਦੇ ਹਾਂ, ਤੁਸੀਂ ਕਰ ਰਹੇ ਹੁੰਦੇ ਤੇ ਕੰਮ। ਜੀ ਜੀ। ਸੋ ਧਰਮਿੰਦਰ ਔਲਖ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਐਡਾ ਵੱਡਾ ਉਪਰਾਲਾ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ, ਲੇਕਿਨ ਸਮੇਂ-ਸਮੇਂ 'ਤੇ ਤੁਹਾਡੇ ਵਰਗੇ ਲੋਕ ਅੱਗੇ ਆਉਂਦੇ ਨੇ ਤੇ ਉਹਨੂੰ ਗਾਂਹ ਲੈ ਕੇ ਜਾਂਦੇ ਨੇ। ਜਿਵੇਂ ਕਹਿੰਦੇ ਨਾ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਤਾਂ ਉਹਦੀ ਭਾਸ਼ਾ ਨੂੰ ਖਤਮ ਕਰ ਦਿੱਤਾ ਜਾਵੇ। ਸੋ ਤੁਹਾਡੇ ਵਰਗੇ ਦੋਸਤ ਜਿਹੜੇ ਇੱਦਾਂ ਦੇ ਉਪਰਾਲੇ ਕਰਦੇ ਨੇ, ਸ਼ਲਾਘਾਯੋਗ ਕਦਮ ਮੈਂ ਕਹਿੰਦਾ ਵਾਂ ਕਿ ਬਹੁਤ ਜ਼ਿਆਦਾ ਸ਼ਲਾਘਾਯੋਗ ਇਹ ਸਟੈਪ ਨੇ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਹੋਰ ਨਵੀਆਂ ਉਚਾਈਆਂ ਛੂਹੋਗੇ। ਅਸੀਂ ਤੁਹਾਡੇ ਤੋਂ ਜ਼ਿਆਦਾ ਉਮੀਦ ਕਰਦੇ ਹਾਂ, ਕਿਉਂਕਿ ਤੁਸੀਂ, ਮੈਂ ਦੇਖਿਆ ਕਿ ਪੰਜਾਬੀ ਜਿਹਨੂੰ ਕਹਿੰਦੇ ਤੁਸੀਂ ਅੱਕਦੇ ਥੱਕਦੇ ਨਹੀਂ ਹੋ। ਤੁਸੀਂ ਕਿਤੇ ਵੀ ਕਿਸੇ ਵੀ ਅੰਮ੍ਰਿਤਸਰ ਦੀ ਮਹਿਫਲ ਦੇ ਵਿੱਚ ਤੁਸੀਂ ਆਮ ਤੌਰ 'ਤੇ ਹਾਜ਼ਰ ਹੁੰਦੇ ਹੋ ਔਰ ਹਰ ਤਰ੍ਹਾਂ ਦਾ ਸਹਿਯੋਗ ਤੁਸੀਂ ਉਹਨਾਂ ਨੂੰ ਦਿੰਦੇ ਹੋ। ਮੈਂ ਆਪਣੇ ਵੱਲੋਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਤੁਸੀਂ ਹੋਰ ਨਵੀਆਂ ਉਚਾਈਆਂ ਛੂਹੋ। ਰੱਬ ਤੁਹਾਨੂੰ ਤੰਦਰੁਸਤੀ ਦੇਵੇ। ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।